अस्सलाम वालेकुम रहमतुल्लाहि वरकातुहू। नाज़रीन, ਤੁਸੀਂ ਵੇਖ ਰਹੇ ਹੋ ਹੱਸਦਾ ਵਸਦਾ ਪਾਕਿਸਤਾਨ ਇੰਟਰਨੈਸ਼ਨਲ ਤੇ ਪਿਛਲੇ ਕੁਝ ਦਿਨਾਂ ਤੋਂ WhatsApp ਤੇ ਇੱਕ ਤਸਵੀਰ ਸ਼ੇਅਰ ਹੋਣ ਰਹੀ ਹੈ ਕਿ ਇੱਕ ਬੱਚਾ ਪਤਾ ਨਹੀਂ ਅਗਵਾ ਹੋ ਗਿਆ ਹੈ ਜਾਂ ਕਿੱਧਰ ਹੈ, ਉਹ ਲਾਪਤਾ ਵੇ, ਘਰ ਨਹੀਂ ਪਹੁੰਚਦਾ। ਰਬਵਾ ਦਾ ਇੱਕ ਬੱਚਾ ਹੈ ਤੇ ਉਹ ਬਾਰ-ਬਾਰ ਉਹ ਤਸਵੀਰ ਸ਼ੇਅਰ ਹੋਣ ਰਹੀ ਹੈ ਤੇ ਉਸੇ ਗੱਲ ਨਾਲ ਅਸੀਂ ਅੱਜ ਮੁਨੱਵਰ ਸਾਹਿਬ ਨੂੰ ਰਾਬਤਾ ਕਰ ਰਹੇ ਹਾਂ, ਜਰਮਨੀ, ਜਿਹੜੇ ਅੱਜ ਕੱਲ੍ਹ ਜਰਮਨੀ ਰਹਿ ਰਹੇ ਨੇ। ਉਹਨਾਂ ਨੂੰ ਪੁੱਛਦੇ ਕਿ ਉਹਨਾਂ ਨੇ ਬਚਪਨ ਰਬਵਾ 'ਚ ਹੀ ਗੁਜ਼ਰਿਆ ਹੈ ਤੇ ਕੀ ਉਦੋਂ ਵੀ ਕੋਈ ਇਸ ਕਿਸਮ ਦੇ ਵਾਕਿਆਤ ਹੁੰਦੇ ਸੀ, ਕਦੀ ਕੋਈ ਹੋਇਆ ਹੋਏ ਉਹਨਾਂ ਦੀ ਜ਼ਿੰਦਗੀ ਤੇ ਉਹ ਦੱਸਣ। ਤੇ ਚਲੋ ਤੁਹਾਨੂੰ ਲੈ ਕੇ ਚੱਲਨੇ ਆ ਮੁਨੱਵਰ ਸਾਹਿਬ ਕੋਲੋਂ। ਇਸ ਤੋਂ ਪਹਿਲੇ ਕਿ ਸਾਡਾ ਜੇਕਰ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਵੀ ਕਰ ਲਓ। ਤੇ ਅਸਲਾਮ ਵਾਲੇਕੁਮ ਵਰਹਿਮਤੁल्लाह ਵਰਕਾਤੁਹੂ। ਮੁਨੱਵਰ ਸਾਹਿਬ ਕੀ ਹਾਲ ਜੇ? वालेकुम सलाम वरहमतुल्लाह बरकातुहू। नहीं सब ठीक ठाक, तुम सुनाओ। ਠੀਕ, ਅਲਹਮਦੁਲਿਲਾ ਅਲਹਮਦੁਲਿਲਾ। ਯਾਰ ਇਹ ਪਿਛਲੇ ਦਿਨਾਂ 'ਚ ਇੱਕ ਵਾਕਿਆ, ਅਜੀਬ ਵਾਕਿਆ ਹੋਇਆ ਕਿ ਮੇਰਾ 8-10 ਸਾਲ ਦਾ ਬੱਚਾ ਸੀ ਤੇ ਕੁਝ ਦਿਨਾਂ ਤੋਂ ਲਾਪਤਾ ਹੈ, ਰਬਵਾ ਦਾ ਰਹਿਣ जी ਵਾਲਾ। ਤੇ जी ਉਹਦਾ ਬਾਰ-ਬਾਰ WhatsApp ਦੇ ਵਿੱਚ ਮੈਸੇਜ ਸ਼ੇਅਰ ਹੋਣ ਡੇ ਨੇ, ਸ਼ਾਇਦ ਤੁਹਾਡੀ ਨਜ਼ਰ 'ਚ ਵੀ ਗੁਜ਼ਰਿਆ जी ਹੋਏ। जी 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 ਤੇ ਇਹ ਜਦੋਂ ਤੁਸੀਂ ਬਚਪਨ ਗੁਜ਼ਾਰਿਆ ਰਬਵਾ ਦੇ ਵਿੱਚ, ਉਦੋਂ ਵੀ ਕੋਈ ਐਸੇ ਵਾਕਿਆਤ ਹੁੰਦੇ ਸੀ ਕੋਈ, ਜਾਂ ਤੁਹਾਡੇ ਨਾਲ ਅਗਰ ਹੋਇਆ ਤੇ ਉਹ ਸਾਨੂੰ ਕੋਈ ਦੱਸੋ, ਤਦ ਕਰਕੇ ਬੱਚੇ ਜਿਹੜੇ ਨੇ जी जी ਉਹ ਕੇਅਰਫੁਲੀ ਹੋਣ, ਜਿਹੜੇ ਅੱਜ ਕੱਲ੍ਹ ਦੇ ਮਾਹੌਲ 'ਚ ਉੱਥੇ ਰਹਿਣ ਦੇ ਰਬਵਾ ਦੇ ਵਿੱਚ, ਖਾਸ ਕਰਕੇ ਜਾਂ ਕਿਸੇ ਵੀ ਸ਼ਹਿਰ ਦੇ ਵਿੱਚ। जी जी नहीं सब साढ़े ਹੁੰਦਿਆਂ ਵੀ ਬੇਸ਼ੁਮਾਰ ਵਾਕਿਆਤ ਹੋਏ ਨੇ ਤੇ ਇਹ ਜ਼ਿਆਦਾਤਰ ਪਠਾਨ ਔਰ ਦੂਸਰੇ ਬੈਰਕਵਾਲ ਜਿਨ੍ਹਾਂ ਦਾ ਕੰਟੈਕਟ ਹੁੰਦਾ ਹੈ ਉਹ ਬੱਚੇ ਵਗੈਰਾ ਉਠਾ ਕੇ ਤੇ ਅਫਗਾਨਿਸਤਾਨ ਵਗੈਰਾ ਲੈ ਜਾਂਦੇ ਨੇ, ਉੱਥੇ ਵੇਚ ਦਿੰਦੇ ਸਨ। ਅੱਛਾ और उन्होंने को मुख्तलिफ किस्म का तशद्दुद या मुख्तलिफ जुल्मात के तरीके दे उन्होंने को कम लेंदे सन ਅੱਛਾ और अगे तो अगे ਵੇਚਦੇ इंसानों ਨੂੰ। अगर किसी का बच्चा छोटी उम्र ਦੇ ਵਿੱਚ ਚੁੱਕ ਕੇ ਲੈ ਗਏ ਨੇ ਤੇ ਉਹ ਮਿਲਣਾ ਨਾਮੁਮਕਿਨ ਹੁੰਦਾ ਹੈ। अगर कोई बच्चा ਵੱਡੀ उम्र ਦਾ ਹੈ, 11 ਸਾਲ 12 ਸਾਲ 16 ਸਾਲ अगर ਉਹਦੀ ਉਮਰ ਹੈ, अगर ऐसा इंसान ਲੈ ਜਾਂਦੇ ਨੇ ਤੇ ਉਹਦੇ ਚਾਂਸਿਸ ਹੁੰਦੇ ਨੇ ਕਿ ਉਹ ਉੱਥੋਂ ਵਾਪਸ ਆ ਸਕਦਾ ਕਾਬਲ ਤੋਂ। ਸਹੀ। ਤੇ ਉਸ ਵਕਤ ਸਾਡੇ ਜ਼ਮਾਨੇ ਦੇ ਵਿੱਚ ਇੱਕ ਵਾਕਿਆ ਹੈ। ਉਹ ਇੱਕ ਲੜਕਾ ਸੀ ਮੁਸੱਵਰ ਨਾਂ ਦਾ, ਉਹ ਰੱਵੇ ਦੇ ਵਿੱਚੋਂ ਉਠਾਇਆ ਗਿਆ ਸੀ ਹੂੰ ਔਰ ਉਹ ਬਕਾਇਦਾ ਜਦੋਂ ਆ ਕੇ ਉਠਾਉਂਦੇ ਨੇ, ਉਹ ਮਗਰਬ ਦਾ ਟਾਈਮ ਹੁੰਦਾ ਹੈ, ਜਿਸ ਵੇਲੇ ਵੀ ਅੰਧੇਰਾ ਪੈਣ ਲੱਗਦਾ ਹੁੰਦਾ ਉਸ ਵੇਲੇ ਉਹ ਬੱਚੇ ਚੁੱਕਦੇ ਨੇ। ਅੰਧੇਰੇ ਦੇ ਟਾਈਮ ਅਮੂਮਨ ਫੈਮਲੀਆਂ ਨੂੰ, ਘਰ ਵਾਲਿਆਂ ਨੂੰ ਚਾਹੀਦਾ ਕਿ ਛੋਟੇ ਬੱਚੇ ਹੁੰਦੇ ਨੇ ਉਹਨਾਂ ਨੂੰ ਘਰਾਂ ਦੇ ਵਿੱਚ ਜਿਉਂ ਹੀ ਅੰਧੇਰਾ ਹੋਣਾ ਸ਼ੁਰੂ ਹੋ ਜਾਏ ਫੌਰਨ ਬੱਚਿਆਂ ਨੂੰ ਘਰ ਆਪਣੇ ਲੈ ਆਉਣਾ ਚਾਹੀਦਾ। ਤੇ ਅੱਛਾ ਸਾਡੇ ਏਸ਼ੀਆ ਦੇ ਵਿੱਚ ਜ਼ਿਆਦਾਤਰ ਬੱਚੇ ਬਾਹਰ ਖੇਡਦੇ ਰਹਿੰਦੇ ਨੇ ਇੱਕ ਵਜੇ ਤੱਕ, ਉਹ ਟਾਈਮ ਹੁੰਦਾ ਬੱਚੇ ਚੁੱਕਣ ਦਾ ਉਹਨਾਂ ਨੂੰ। ਤੇ ਉਹ ਬਕਾਇਦਾ ਬੱਚਿਆਂ ਨੂੰ ਆ ਕੇ ਉਹ ਪੁੱਛਦੇ ਨੇ ਰਸਤਾ ਹੂੰ ਔਰ ਕਿਸੇ ਚੀਜ਼ ਦਾ ਐਡਰੈਸ ਪੁੱਛਣਗੇ। ਔਰ ਜਦੋਂ ਉਹ ਬੱਚਾ ਦਾ ਇਨਸਾਨ ਉਹ ਐਡਰੈਸ ਨਹੀਂ ਦੱਸ ਸਕੇਗਾ ਤੇ ਉਹਨਾਂ ਨੂੰ ਇਹ ਮਾਲੂਮ ਹੋ ਜਾਏਗਾ ਕਿ ਇਹ ਬੱਚਾ ਜਾਂ ਇਨਸਾਨ ਇਸ ਸ਼ਹਿਰ ਦਾ ਨਹੀਂ ਹੈਗਾ, ਇੱਥੇ ਸਹੀ। ਦਾ ਰਹਿਣ ਵਾਲਾ ਨਹੀਂ, ਬਾਹਰ ਦੇ ਸ਼ਹਿਰ ਤੋਂ ਆਇਆ। ਤੇ ਜੇ ਅਗਰ ਉਹ ਦੱਸ ਦੇਗਾ ਉਹਨੂੰ ਮਾਲੂਮ ਹੋਏਗਾ ਕਿ ਬੱਚਾ ਇੱਥੇ ਦਾ, ਤੇ ਯਕੀਨਨ ਇਹਨਾਂ ਦੇ ਪਿੱਛੇ ਕੋਈ ਹੈ, ਕੋਈ ਹੋਰ ਵੀ ਹੈ ਔਰ ਉਹ ਸਾਡਾ ਪਿੱਛਾ ਕਰ ਸਕਦਾ। ਤੇ ਅੱਛਾ ਇਸ ਵਾਸਤੇ ਉਸ ਬੱਚੇ ਨੂੰ ਛੱਡ ਜਾਣਗੇ। ਜਿਹੜਾ ਇਨਸਾਨ ਰਸਤਾ ਜਾਂ ਐਡਰੈਸ ਨਹੀਂ ਦੱਸ ਸਕੇਗਾ ਉਹਨੂੰ ਚੁੱਕ ਕੇ ਲੈ ਲੈਣਗੇ ਔਰ ਉਹਨੂੰ ਉਹਨਾਂ ਨੂੰ ਪਤਾ ਲੱਗ ਜਾਏਗਾ ਕਿ ਇਹ ਬੱਚਾ ਇੱਥੇ ਦਾ ਨਹੀਂ ਜਾਂ ਇਹ ਬੱਚਾ ਇੱਥੇ ਦਾ ਨਹੀਂ, ਬਾਹਰ ਦੇ ਸ਼ਹਿਰ ਫਿਰ ਰਿਹਾ। ਅੱਛਾ ਤੇ ਉਹਨੂੰ ਲੈ ਜਾਂਦੇ ਨੇ ਔਰ ਕੋਈ ਚੀਜ਼ ਸੰਘਾ ਦਿੰਦੇ ਨੇ ਗੱਡੀਆਂ ਦੇ ਵਿੱਚ, ਉਹਦੇ ਚ ਬੇਹੋਸ਼ ਰਹਿੰਦੇ ਨੇ ਕਈ ਕਈ ਦਿਨ। ਫਿਰ ਉਹ ਆਪਣਾ ਸਫ਼ਰ ਜਾਰੀ ਰੱਖਦੇ ਨੇ ਪਸ਼ਾਵਰ ਤੱਕ, ਕਾਬਲ ਤੱਕ, ਇਲਾਕਿਆਂ ਤੱਕ ਲੈ ਕੇ ਆਉਣ ਨੂੰ। ਅੱਗੇ ਜਾ ਕੇ ਫਿਰ ਉਹਨਾਂ ਦੇ ਸੌਦੇ ਕਰਨੇ ਹੁੰਦੇ ਨੇ, ਵੇਚਦੇ ਨੇ। ਇਸੇ ਨਹੀਂ। ਤਰ੍ਹਾਂ ਉਹ ਜਿਹੜਾ ਵਾਕਿਆ ਸੀ ਮੁਸੱਵਰ ਨੂੰ ਜਦੋਂ ਉਹਨਾਂ ਨੇ ਚੁੱਕਿਆ, ਉਹ ਪਹਿਲੇ ਸਾਡੇ ਕੋਲ ਆਏ ਸਨ। ਉਹਨਾਂ ਨੇ ਸਾਨੂੰ ਪੁੱਛਿਆ ਰਸਤਾ, ਤੇ ਮੇਰਾ ਭਾਈ ਜਿਹੜਾ ਉਹ ਸੀ ਮੁਬਾਰਕ ਕਹਿਣ ਲੱਗਾ ਕਿ ਨਹੀਂ, ਇਹਨਾਂ ਨਾਲ ਕੋਈ ਕੰਟੈਕਟ ਨਹੀਂ ਕਰਨਾ ਕਿਉਂਕਿ ਇਹ ਚੁੱਕਣ ਵਾਲੇ ਇਨਸਾਨ ਨੇ, ਇਹਨਾਂ ਤੋਂ ਦੂਰ ਹੋ ਜਾਓ ਜਰਾ ਗੱਡੀ ਤੋਂ ਫਾਸ। ਅੱਛਾ ਤੇ ਉਹ ਸਾਨੂੰ ਆਵਾਜ਼ ਦੇ ਕੇ ਬੁਲਾਉਣ ਲੱਗੇ ਸੀ। ਅਸੀਂ ਕਿਹਾ ਕਿ ਅਸੀਂ ਤੁਹਾਡੀ ਕੋਈ ਕਿਸ ਕਿਸਮ ਦੀ ਸੁਣਨੀ। ਤੇ ਉਹ ਫਿਰ ਸਾਨੂੰ ਛੱਡ ਕੇ ਚਲੇ ਗਏ ਨੇ। ਤੇ ਲੇਕਿਨ ਉਹ ਅੱਗੇ ਗਏ ਨੇ, ਅੱਗੋਂ ਫਿਰ ਉਹ ਪਿੱਛੇ ਬੈਕ ਸਾਈਡ ਤੋਂ ਉੱਤੋਂ ਦੀ ਗਲੀ ਤੋਂ ਘੁੰਮ ਕੇ ਆਏ ਨੇ ਪਿੱਛੇ, ਫਿਰ ਦੁਬਾਰਾ ਔਰ ਉਹਨਾਂ ਨੂੰ ਉਹ ਮੁਸੱਵਰ ਨਾਂ ਦਾ ਲੜਕਾ ਮਿਲ ਗਿਆ। ਉਹ ਅੱਛਾ ਮਗਰਬ ਦੇ ਟਾਈਮ ਫਿਰ ਰਿਹਾ ਸੀ ਔਰ ਉਸੇ ਕੋਲ ਉਹਦਾ ਕੱਲ ਪੇਪਰ ਹੋਣੇ ਸੀ, ਉਹ ਕਿਤਾਬ ਲੈਣ ਜਾਣ ਡਿਆ ਸੀ। ਉਹਨੇ ਕਿਹਾ ਸੀ ਕਿ ਮੈਂ ਕੱਲ ਆਪਣਾ ਇਮਤਿਹਾਨ ਦੇਣਾ ਔਰ ਮੈਨੂੰ ਕਿਤਾਬ ਚਾਹੀਦੀ ਹੈ, ਮੈਂ ਸਵਾਲਾਤ ਵਗੈਰਾ ਯਾਦ ਕਰਨੇ ਨੇ, ਦੋਸਤ ਉਹਦੇ ਕੋਲ ਜਾਣਾ। ਉਹਨੂੰ ਉਹਨਾਂ ਨੇ ਪੁੱਛਿਆ ਉੱਥੇ ਐਡਰੈਸ, ਤੇ ਉਹ ਦੂਸਰੇ ਮਹੱਲੇ ਦਾ ਸੀ, ਉਹਨੂੰ ਐਡਰੈਸ ਨਹੀਂ ਆਇਆ। ਉਹ ਕਹਿੰਦਾ ਮੈਨੂੰ ਨਹੀਂ ਪਤਾ ਕੌਣ ਹੈ ਬੰਦਾ, ਕਿ ਤੁਸੀਂ ਪੁੱਛਦੇ। ਉਹਨਾਂ ਨੂੰ ਪਤਾ ਲੱਗ ਗਿਆ ਕਿ ਬੱਚਾ ਇੱਥੇ ਦਾ ਨਹੀਂ ਰਿਹਾ।
ਤੇ ਅਗਲੇ ਦਿਨ ਪੇਪਰ ਹੋਣੇ ਸੀ, ਉਹਨਾਂ ਨੇ ਉਹਨੂੰ ਫੌਰਨ ਚੁੱਕ, ਮੇਰਾ 11-12 ਸਾਲ ਦੀ ਉਮਰ ਹੋਏਗੀ। ਅੱਛਾ। ਉਹਨੂੰ, ਹਾਂਜੀ, ਉਹਨੂੰ ਉਹਨਾਂ ਨੇ ਚੁੱਕਿਆ ਔਰ ਚੁੱਕ ਕੇ ਉਹ ਲੈ ਗਏ ਨੇ ਸਰਗੋਦੇ ਵਾਲੀ ਸਾਈਡ ਤੇ ਗਏ ਨੇ। ਦੱਸਦਾ ਪਿਆ ਸੀ ਕਿ ਸਰਗੋਦੇ ਚੋਂ ਉਹਨੇ ਇੱਕ ਬੱਚਾ ਉੱਡ ਚੁੱਕਿਆ, ਤੇ ਇੱਕ ਚੁੱਕਿਆ ਉਹਨਾਂ ਨੇ ਸਰਗੋਦੇ ਤੋਂ ਅੱਗੇ ਖੁਸ਼ਾਬ ਦਾ ਇੱਕ ਇਲਾਕਾ ਸੀ, ਉੱਥੇ ਜਦੋਂ ਅਸੀਂ ਗੱਡੀ ਦੇ ਵਿੱਚ ਬੈਠੇ ਸੀ ਤੇ ਉੱਥੇ ਕਿਸੇ ਬੰਦੇ ਨੇ ਸਾਨੂੰ ਪਛਾਣ ਲਿਆ ਮੁੰਡੇ, ਕਿਉਂਕਿ ਉਹ ਕ੍ਰਿਕਟ ਖੇਡਣ ਆਉਂਦੇ ਸੀ ਰੱਬੇ। ਅੱਛਾ। ਉਹਨੇ ਉਹਨੂੰ ਪੁੱਛਿਆ ਕਿ ਮੁਸੱਵਰ ਤੂੰ ਕਿੱਥੇ, ਉਹਨਾਂ ਨੇ ਕਿਹਾ ਤੈਨੂੰ ਜਾਣਦਾ। ਜਦੋਂ ਉਹਨਾਂ ਵੇਖਿਆ ਜਾਣਦਾ, ਉਹਨਾਂ ਨੇ ਉਹਨੂੰ ਹੀ ਚੁੱਕ ਲਿਆ। ਤੇ ਅੱਛਾ। 3 ਮੁੰਡੇ ਹੋ ਗਏ, 3 ਉਹਨਾਂ ਦੇ ਮੁੰਡੇ ਗੱਡੀ ਚ ਪਾਏ ਤੇ ਲੈ ਗਏ ਪਿੰਡੀ ਦੀ ਪਹਾੜੀਆਂ ਦੇ ਉੱਤੇ। ਉੱਥੇ ਫਿਰ ਇੱਕ ਦਿਨ ਇਹਨਾਂ ਨੇ ਗੁਜ਼ਰ ਗਿਆ ਸਫ਼ਰ ਕਰਦਿਆਂ, ਤੇ ਉਹ ਮੁੰਡਾ ਘਰ ਰਾਤ ਨੂੰ ਨਹੀਂ ਆਇਆ। ਤੇ ਫਿਰ ਉਹ ਖਲੀਫਾ ਵਕਤ ਕੋ ਉਹਨਾਂ ਦੀ ਤੇ ਮਗਰਬ ਦੀ ਨਮਾਜ਼ ਮਸਜਿਦ ਨਾਰੇ ਚ ਉਹਨਾਂ ਨੇ ਕਿਹਾ ਜ਼ਰੂਰ ਇੰਨਾ ਅਰਸਾ ਇੱਕ ਦਿਨ ਹੋ ਗਿਆ, ਗੁਜ਼ਰ ਗਿਆ। ਬੱਚਾ ਸੁਬਹ ਦੇ ਪੇਪਰ ਸੀ, ਬੱਚਾ ਘਰੋਂ ਬਾਹਰ ਗਿਆ ਕਿਸੇ ਨੂੰ ਕਿਤਾਬ ਲੈਣ ਕੁਛ ਆਇਆ, ਤੇ ਬੱਚਾ ਵਾਪਸ नहीं आया। तो दुआ करो बच्चा मिल जाए। तो उन्होंने कहा अच्छा है, आपका बच्चा जहाँ होगा अल्लाह फकर करेगा। तो वो पहाड़ों के ऊपर जाके तो वो गाड़ी के टायर फट गए उनके, और उनके पास से शराब की बोतलें निकली थी। वो बता रहे थे हमने वो मारी और उन्होंने नशा किया हुआ था, उनको समझ नहीं आ रही थी कि क्या हो रहा है। इतनी देर में वो कह रहे हैं हमें होश आ गई 3 लड़कों को। हमने वो उनकी बोतलें, उनके ऊपर बहुत कुछ मारा और उधर से हम भागे। और उसके बाद हमने बोला कि हम इधर से जाते हैं। रात का वो कहते थोड़ा थोड़ा दिन का टाइम होना शुरू हो गया, नहीं रात का टाइम था। तो हमने एक हाथ दिया तो ट्रक वाला आ गया, तो वो वाले ने कहा मैं ले जाता हूँ, आज आपने जहाँ जाना है बैठ जाओ मेरी ट्रक में। उसके ट्रक में बैठे तो वो ट्रक वाला चल रहा सफर कर रहा है। तो ये कह रही है तो बहुत दूर तक है, अभी कोई शहर ही नहीं आ रहा है, ये तो बहुत सफर कर रहा है। तो कहीं ये ना इसने भी हमें उठा लिया हो। तो वो डर गए और उन्होंने चलते तो ट्रक के ऊपर लड़के ने एक ने छलांग लगा दी, दूसरे ने लगाई। तो जब ये तीसरा था ना, उनको पता चल गया ये तो उतरने शुरू हो गया। तो वो कहने लगा उनके पास बकायदा एक गन थी और उन्होंने अपनी सीट के नीचे से निकाली, और वो उसका बट जो था ना, वो कहता है कि वो मेरी गर्दन पे मारा, तो उससे मेरी गर्दन टूट गई थी। तो हम नीचे पहाड़ था, उसके नीचे क्रोलिंग करते करते गुजर गए। तो फिर कुछ डर गए कि ये अब हमने किसी से लिफ्ट नहीं लेनी। और फिर पता करते करते चलते चलते दिन हो गया, पैदल चलते चलते। तो एक रास्ते में एक छोटा सा शहर आया, छोटी सी जगह आई, चौपड़ी सी। वहां एक आदमी ने वो चाय का एक खोखा सा बनाया था, उससे पूछा हमने कि मैं ये चाय की बन गई है। पहले एक ने गुवा किया, फिर दूसरे से लिफ्ट ली, उसने भी हमें गुवा कर लिया, फिर उससे भी हम बच गए। अब हम इधर पहुंच गए, इधर कोई टेलीफोन हो, हम अपने रिश्तेदारों को करें तो वो हमें आके ले जाए इधर से। अब हमने किसी के साथ नहीं जाना। अच्छा। तो उसके पास कहीं टेलीफोन था, उसने वहां से टेलीफोन करवाया, उसका एड्रेस बताया उन्होंने। वो कहते हैं कि पिंडी में वो इलाका था, वो पिंडी में फिर मेरे एक रिश्तेदार थे, वो हमें आए गाड़ियों पे, तो वो हमें अपने घर लेके गए। तो फिर कुछ दिन के बाद वो रब्बा में आया, तो उसने आके फिर ये सारा वाकया बताया कि इस तरह हम रब्बा से हुआ हुए हैं। 3-4 लड़के उन्होंने खुशाब के इलाके से हुआ किए थे, और पिंडों पे जाके उनके गाड़ियों के टायर फट गए खलीफा वकत की दुआ की वजह से। अच्छा। तो इस तरह वो लड़का जो है मुसव्वर, उसकी गर्दन टूट गई थी, उसके ऊपर काफी देर उन्होंने प्लास्टिक का प्लास्टर लगाई रखा था। तो ये वाकया फिर हमने उसके घर में जाके खुद अपने देखा और सुना जब वो वापस आया। सही। इस तरह एक दूसरा लड़का जो इन्होंने उठाया था, वो हमारे साथ स्कूल में पढ़ा था, और हमारा उस्ताद कहने लगा कि वो एक जो आपका शागिर्द था हमारा क्लास में, वो घर छुट्टी हुई है, घर गया है। तो उसकी वालिदा, उसके वालिद कहते हैं हमारा बच्चा स्कूल से गया है, स्कूल से वापस नहीं आया। अच्छा। तो हमें बताओ कि वो किधर गया है। तो उस्ताद ने हमारे
جتنے بھی شاگرد بیٹھے ہوئے تھے اسکول میں تو انہوں نے بتایا کہ اگر وہ لڑکا کسی کو بھی نظر آئے یا کسی جگہ بھی پتا تو فوراً ہمیں بتانا. اچھا تو ٹھیک ہے، ہم نے انتظار کیا لیکن کافی عرصہ گزر گیا، وہ بچہ نظر نہیں آیا. میں کلاس میں 6 مہینے کے بعد وہ کلاس میں واپس آیا تو پھر استاد نے اس کو پوچھا کہ آپ کہاں تھے 6 مہینے کے بعد ڈھونڈ رہے ہیں. تو وہ اس نے بولا کہ میں اغوا ہو گیا ہوں، مجھے پٹھان اٹھا کے لے گئے تھے روا کے اڈے سے. اچھا تو وہ سارا پھر استاد نے بولا کہ یہ واقعہ بچوں کو بھی بتاؤ تاکہ یہ جو بچے ہیں ان کو کل کو پتہ چلے گا تو یہ کم سے کم ان کو معلوم ہوگا کہ اس طرح بچوں کو اٹھاتے ہیں. سارا اپنا قصہ بتایا. اس نے قصہ بتایا کہ کا جو اڈا تھا نا جی ادھر میں کھڑا تھا تو مجھے پیشاب آ گیا تو میں پیشاب ایک وہ ساتھ کانٹوں کے درخت لگے ہوئے ہیں اس میں نے بیٹھ کے پیشاب کرنا شروع کر دیا. تو ساتھ میرے ایک ٹرک والا کھڑا ہوا تھا، مجھے نہیں پتا تھا کہ یہ کیا ہے. وہ جو ہی میں نے بیٹھ کے پیشاب کرنا شروع کیا تو پیچھے سے وہ ٹرک والا پٹھان آیا، اس نے اس طرح مجھے مال سنگھایا، میں بے ہوش ہو گیا، مجھے کوئی پتہ نہیں چلا میں کدھر ہوں. اچھا اس نے میرا ٹرک میں ڈالا اور وہ کہتا ہے کہ وہ مجھے لے گیا پشاور سے آگے کابل، اور کابل سے آگے وہ پشاور کے آگے سے بہت بڑے بڑے پہاڑ ہیں. وہ کابل کا ہی کوئی علاقہ ہے، پشاور اور کابل کے درمیان میں کوئی علاقہ ہے. وہاں کہتا بہت اونچے اونچے پہاڑ ہیں، 3-3 کلومیٹر اونچے ہیں کم سے کم. اچھا پہاڑوں کے درمیان میں کوئی انہوں نے کوئی چھوٹی سی جگہ بنائی ہے، اس کے اندر پھر مجھے انہوں نے سنگلوں کے ساتھ باندھ کے رکھ دیا تھا. اچھا تو وہ میرے سے پتھر کٹواتے تھے اور اس طرح اگر انہوں نے بولا کہ ادھر سے تم بھاگو گے یا ہمیں پتہ چل گیا تو ہم تم کو گولی مار دیں گے یا ہم تم کو مار دیں گے ویسے جان سے. اچھا تو اس طرح کا اس کو ڈراؤ ڈال کے ادھر رکھا ہوا تھا. وہ کہتا تھا کہ ایک انہوں نے میرے سے پہلے بھی ایک بچپن کا ایک لڑکا ادھر سے اٹھایا ہوا تھا اور وہ بہت عرصہ دراز ادھر کا رہ رہا تھا، وہ بوڑھا ہو گیا تھا وہ آدمی. اچھا تو اس نے بتایا کہ مجھے یہ بچپن سے لے گئے ہیں، اب مجھے اپنے نہ ماں نہ باپ کسی کا مجھے علم نہیں، لیکن میں ان کے پاس رہتا ہوں. یہ بھی مجھے رات کو سنگلوں کے ساتھ باندھ دیتے ہیں اور دن کو یہ تھوڑا سا اپنی نگرانی میں چھوڑتے ہیں، میرے سے پتھر کٹواتے ہیں اور مختلف طریقے کا میرے سے کام لیتے ہیں اور پھر رات کو مجھے پھر باندھ دیتے ہیں. اور اس طرح میں اس نے پھر بتایا کہ تمہیں بتاتا ہوں، ان کو نہیں بتانا، ادھر سے نکلنے کا طریقہ بتاؤں گا آپ کو. دن کو جب یہ تمہیں چھوڑیں گے نا وہی ٹائم ہوتا ہے تو اس طرح تمہیں بتاؤں گا. یہ سارا راستہ پہلے ایک پہاڑ آپ سے کراس کرنا، پھر اس کے بعد ایک آگے پہاڑ آئے گا، پھر ایک آگے آئے گا، پھر 3-4 پہاڑ آئیں گے لیکن وہ 3-4 اونچے ہیں. اچھا پھر تم نیچے جاؤ گے، پھر اوپر جاؤ گے، پھر نیچے جاؤ گے، پھر اوپر جاؤ گے. اتنی دیر میں تم اتنے بھی تھک جاؤ گے کہ تمہیں پیاس بھی لگے گی. اور بہت دور کر کے پہاڑوں کے 5-4 پہاڑ جب کراس کرو گے اس کے بعد دور ایک جگہ ہوگی، وہاں ایک نلکا انہوں نے لگایا، جب تم اس میں پانی پیو گے نا جی تو وہ تمہیں پکڑ لیں گے، ان کو پتہ لگ جائے گا کہ یہ آدمی جو ہے بھاگ کے آیا. اچھا اور وہ تمہیں پھر پکڑ لیں گے. تو تم نے اس نلکے سے پانی نہیں پینا تو سیدھے بھاگ جانا. اگر تم نے ادھر سے پانی پیا ان کو پتا چل جانا یہ بھاگ کے آیا اچھا تو تم سیدھے چلے جانا. پھر کہتا میں نے پانی نہیں پیا، پیاس مجھے بہت لگی تھی، میں پھر بہت سفر پیدل کیا، پتا کیا تو آگے پشاور شہر آ گیا تھا. اچھا اور پشاور سے میں نے پتا کیا تو اس اسٹیشن مجھے مل گیا کسی نے پتا کر کے، تو میں ادھر جا کے بیٹھ گیا. صحیح وہ رات کو ایک ٹرین چلتی ہے چناب ایکسپریس، تو وہ اس کے انتظار میں بیٹھا تھا. تو ادھر مجھے انہوں نے بتایا وہ جب ٹرین والا گارڈ آیا تو اس سے میں نے بات کی کہ میں نے جانا ہے. تو وہ کہتا ہے کوئی بات نہیں، میں ادھر سے بہت سے لڑکوں کو بچوں کو ادھر سے لے کے آتا ہوں.
تو کوئی بات نہیں، اگر آپ کے پاس پیسے نہیں ہے، کرایہ نہیں ہے، تو آپ میرے ڈبے میں بیٹھ جاؤ جو میرا گارڈ کا ہے، تو میں سرگودے آپ کو اتار دوں گا، اور اس کے بعد آ کے پھر تم اپنے گھر چلے جاؤ، تو میرے ڈبے میں بیٹھ جاؤ اور کسی جگہ پہ نہیں بیٹھنا۔ تو میں ادھر سے بہت بچوں کو لے کے جاتا ہوں۔ تو وہ کہتا میں گارڈ کے جو چناب ایکسپریس تھی گاڑی اس کے ڈبے میں بیٹھ گیا، تو وہاں سے پھر وہ رات ساری میں نے سفر کیا، تو ان کو 9 بجے کے 10 بجے کے قریب جناب سرگودا اسٹیشن کے اوپر آئی، تو وہ گارڈ نے مجھے بتایا کہ تمہارے پاس پیسے نہیں ہیں، لیکن یہ بسوں والے میرے واقف ہیں، میں کسی کو بتاتا ہوں تو وہ تمہیں جہاں تم نے جانا وہاں تمہیں اتار دیں گے، تمہارے سے کرایہ نہیں لیں گے۔ تو اس طرح کے کیسز جو ہیں میں بہت سارے لوگوں کو لے کے آتا ہوتا ہوں اور ان کو دے دیتا ہوتا ہوں۔ اچھا، کہتا ٹھیک ہے، وہ مجھے بسوں کے اڈے پہ لے گیا، وہ اسٹیشن کے ساتھ ہی سرگودے کے ساتھ اڈا ہوتا تھا اس وقت۔ وہاں اس نے بات کی بس والے سے کہ اس نے روا جانا ہے، اور روا جو کے پاس نلکا ہے ادھر اس کا گھر تھا، محلے کے پاس، ادھر اس کو اتار دینا۔ وہ کہتے ٹھیک ہے۔ وہ کہتا میں بس پہ بیٹھ گیا، جو ہی روا آیا نلکا آیا ادھر سے میں اتر گیا، پھر میں اپنے گھر آیا، ان کو یہ سارا قصہ بتایا۔ اگلے دن جب میں سکول گیا تو یہ ساری ہماری کلاس میں اس نے اس طرح بات کی، اس طرح میں چھوٹ کے آیا ہوں وہاں سے، اس طرح مجھے اغوا کیا، اس طرح میں پکڑا گیا، اس طرح میں گھر آیا ہوں۔ 6 مہینے لگے ہیں، 6 مہینے کے بعد وہ لڑکا واپس آیا، اور اس کی انہوں نے ایک ایسی نشاندہی کی کہ اس کے ماتھے کے اوپر انہوں نے ایک تل کا نشان بنا دیا تھا سبز رنگ کا۔ اچھا، تو اسے اس کے ماتھے کے اوپر ہم نے دیکھا یا ٹھوڈی کے اوپر ایک وہ نشان بنا لگا دیتے ہیں۔ دیا تھا۔ تو ہم نے پوچھا کہ یہ نشان کیوں لگایا ہے تم نے؟ وہ کہتا انہوں نے لگایا ہے، ایک نشان لگا دیتے ہیں پٹھان ماتھے پہ یا ٹھوڈی کے اوپر فرنٹ پہ، اچھا، کہ وہ ایک اپنا نشان رکھتے ہیں جو بچہ گم ہے، بچہ وہ اغوا کرتے ہیں اس کے اوپر ایک نشان لگا دیتے ہیں کہ تاکہ وہ نشان مٹتا نہیں ہے۔ صحیح، وہ جب بھی بچہ دوبارہ کسی پٹھان کو کسی علاقے میں نظر آئے گا نا، جی، اس کو پھر پکڑ لے گے وہ نشان کے بیس کے اوپر، اچھا، کہ یہ اغوا، ہم نے اس کو اغوا کیا ہوا تھا کسی زمانے میں، اور بھاگ کے آ گیا اس جگہ سے، اور یہ ہمارا بیٹی ہے، اچھا، یا اس کو مار دیں گے بچے کو، اچھا، تو یا پھر اس کو دوبارہ کر لیں گے۔ تو کہتے ہیں یہ اس لیے میرے ماتھے کے یا ٹھوڈی کے اوپر انہوں نے ایک تل کا نشان لگا دیا۔ صحیح، چلے پھر یہ سارا قصہ اس نے سکول میں ہمیں بتایا۔ ٹھیک ہے جی، اچھا، بہت شکریہ منور صاحب، آپ نے بہت تفصیل سے بتایا۔ ہمارا پروگرام تو پنجابی میں شروع ہوا تھا، مگر آگے سے جب منور صاحب پہاڑ پہ گئے تو وہ منور صاحب نے اردو شروع کر دیا نا منور صاحب۔ جی جی وہاں میں نے کہا ہم نے پروگرام تو پنجابی میں شروع کیا تھا، تو جو ہی آپ پہاڑوں کی طرف گئے ہیں وہ پٹھانوں کا علاقہ شروع ہو گیا، آپ نے بھی اردو شروع کر دی نا۔ جی جزاک اللہ۔ اور ناظرین، یہ ان بچوں کے لیے کم از کم ان بچوں کو ایسے واقعات کے بارے میں بتائیں جو خاص کر کے ہمارے دیشوں میں لوگ رہتے ہیں، جیسے پاکستان، ہندوستان، یا جو بھی ادھر کے گردنواہ کے لوگ ہیں، ادھر ایسے واقعات پٹھانوں کے ہوتے رہتے ہیں، وہ پٹھان بچے اٹھا کے لے جاتے ہیں۔ اب بھی ایک بچہ تقریباً 8-10 دن سے وہ نہیں مل رہا اب اپنے والدین کو، وہ بڑے پریشان ہیں۔ اور آج کے اس پروگرام کا مقصد یہی تھا کہ وہ والدین جو جن کے پاس چھوٹے بچے ہیں وہ اپنی کیسے ان کی حفاظت کر سکتے ہیں۔ منور صاحب نے اپنی زندگی کا کچھ تجربہ بتایا، کچھ بچپن کے واقعات بھی سنائے ہیں اپنے دوستوں کے جو اغوا ہوئے تھے۔ تو اپنے بچوں کی حفاظت کریں، ان کو ایسے واقعات کا بتائیں۔ آج کل بھی ایسی وارداتیں ہو رہی ہیں، خدا کے لیے اپنے بچوں کو محفوظ کریں، خود بھی محفوظ ہوں۔ اور بڑوں کا تو کوئی نہیں اتنا مسئلہ ہوتا، بچوں کا بہت زیادہ مسئلہ ہوتا ہے، بچے بہکاوے میں آ جاتے ہیں۔ تو شکریہ منور صاحب، بہت شکریہ آپ کا، جزاک اللہ۔ ٹھیک ہے نعیم صاحب، آپ کا بھی شکریہ، مہربانی، کوئی آپ نے ٹائم دیا مجھے۔ جزاک اللہ، آپ کا بہت شکریہ، جزاک اللہ، آپ ہمارے پروگرام میں آئے۔ اور اسی کے ساتھ دوستوں سے درخواست ہے کہ اگر ویڈیو آپ کو اچھی لگے تو ضرور کمنٹس میں لکھیں کہ آپ کو یہ پروگرام کیسا لگا ہے۔ اسی کے ساتھ ہم آپ سے اجازت چاہتے ہیں۔ السلام علیکم ورحمۃ اللہ وبرکاتہ۔